165 ਅੰਗ 65 ਅੰਗ ਤੋਂ 165 ਅੰਗ ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਗੌੜੀ ਗੁਆਰੇ ਰੀ ਮਹੱਲਾ ਚੌਥਾ। ਸਤਿਗੁਰ ਸੇਵਾ ਸਫਲ ਹੈ ਬਣੀ। ਦੁਨੀਆ ਦੀ ਝੂਠੀ ਸੇਵਾ ਨਾਲੋਂ ਸਤਿਗੁਰਾਂ ਦੀ ਜਿਹੜੀ ਸੇਵਾ ਕਰਨੀ ਹੈ ਇਹ ਔਰ ਗਿਆਨ ਫਲ ਦੇ ਦੇਣ ਵਾਲੀ ਹੈ। ਪਾਤਸ਼ਾਹ ਕਹਿੰਦੇ ਸਭ ਤੋਂ ਚੰਗੀ ਸੇਵਾ ਜੇ ਕਰਨੀ ਹੈ ਤਾਂ ਗੁਰੂ ਦੇ ਚਰਨਾਂ ਦੀ ਕਰੋ। ਇਹ ਸਭ ਤੋਂ ਚੰਗੀ ਸੇਵਾ। ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਮਿਲ ਤੇ ਵਿਸਰਾਮ ਧਿਆਇਆ ਤੇ ਜਮ ਕੀ। ਪਾਤਸ਼ਾਹ ਕਹਿੰਦੇ ਜਿਸ ਸਤਿਗੁਰਾਂ ਦੀ ਸੇਵਾ ਵਿੱਚ ਮਿਲਾਪ ਕਰਕੇ ਮਾਲਕ ਵਾਹਿਗੁਰੂ ਦੇ ਪਰਮਾਤਮਾ ਦੇ ਨਾਮ ਨੂੰ ਹਰ ਵਕਤ ਧਿਆਨ ਦੁਆਰਾ ਧਿਆਉਣਾ ਕੀਤਾ ਹੈ। ਜਿਨ ਹਰ ਜਪਿਆ ਤਿਨ ਪਿਛੈ ਛੂਟੀ ਘਣੀ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਉਹਨਾਂ ਮਹਾਂਪੁਰਖਾਂ ਦੇ ਪਿੱਛੇ ਬਹੁਤੀ ਸ੍ਰਿਸ਼ਟੀ ਨੇ ਔਰ ਬੰਧਨਾਂ ਤੋਂ ਛੁਟਕਾਰਾ ਪਾਉਣਾ ਕੀਤਾ ਹੈ। ਗੁਰ ਸਿੱਖ ਹਰ ਬੋਲੋ ਮੇਰੇ ਭਾਈ। ਹੇ ਭਾਈ ਗੁਰਸਿੱਖੋ ਮੇਰੇ ਗੁਰਮੁਖੋ ਪਿਆਰਿਓ, ਔਰ ਅਕਾਲ ਪੁਰਖ ਦੇ ਨਾਮ ਨੂੰ ਬੋਲਣਾ ਕਰੋ ਜਿਹੜਾ ਸਫਲ ਹੈ। ਫਾਲਤੂ ਗੱਲਾਂ ਛੱਡ ਕੇ, ਨਿੰਦਿਆ ਈਰਖਾ ਛੱਡ ਕੇ ਵਾਹਿਗੁਰੂ ਦੇ ਨਾਮ ਨੂੰ ਬੋਲੋ ਜਿਹੜਾ ਲੋਕ ਪਰਲੋਕ ਵਿੱਚ ਕੰਮ ਆਵੇਗਾ। ਰਹਾਉ ਹਰ ਬੋਲਤ ਸਭ ਪਾਪ ਲਹਿ ਜਾਈ। ਰਹਾਉ ਹਰੀ ਦਾ ਨਾਮ ਬੋਲਣ ਕਰਕੇ, ਜਪਣ ਕਰਕੇ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਲੈ ਜਾਂਦੇ ਹਨ, ਨਾਸ ਹੋ ਜਾਂਦੇ ਆ। ਵਿਸਰਾਮ ਦੇ ਕੇ ਉਚਾਰਨ ਕਰਦੇ ਹਨ। ਜਬ ਗੁਰ ਮਿਲਿਆ ਤਬ ਮਨ ਵਸ ਆਇਆ। ਜਦੋਂ ਗੁਰੂ ਸਾਹਿਬ ਮਿਲੇ ਸਤਿਗੁਰਾਂ ਦੀ ਕਿਰਪਾ ਨਾਲ ਜਿਹੜਾ ਮਨ ਚੰਚਲ ਹੈ ਉਹ ਬਸ ਵਿੱਚ ਆ ਗਿਆ। ਧਾਵਤ ਪੰਚ ਰਹੇ ਹਰ ਧਿਆਇਆ। ਪੰਜ ਗਿਆਨ ਇੰਦਰੇ ਔਰ ਦੌੜਨ ਤੋਂ ਰਹਿ ਗਏ, ਬਚ ਗਏ ਜਦੋਂ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ। ਅਣ ਦਿਨ ਨਗਰੀ ਹਰ ਗੁਣ ਗਾਇਆ। ਦਿਨ ਰਾਤ ਸਰੀਰ ਰੂਪੀ ਨਗਰੀ ਦੇ ਨਾਲ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕੀਤਾ। ਸਤਿਗੁਰ ਪਗ ਧੂਰ ਜਿਨ੍ਹਾਂ ਮੁਖ ਲਾਈ। ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਕਮਲਾਂ ਦੀ ਧੂੜ ਆਪਣੇ ਮੱਥੇ ਤੇ ਲਾਉਣਾ ਕੀਤੀ ਹੈ। ਤਿੰਨ ਕੂੜ ਤਿਆਗੇ ਹਰ ਲਿਵ ਲਾਈ। ਉਹਨਾਂ ਨੇ ਝੂਠੇ ਪਦਾਰਥਾਂ ਦੇ ਮੋਹ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਬਿਰਤੀ ਲਾਉਣਾ ਕੀਤੀ ਹੈ। ਤੇ ਹਰ ਦਰਗ ਹੈ ਮੁਖ ਉਜਲ ਭਾਈ। ਉਹਨਾਂ ਦੇ ਦਰਗਾਹ ਵਿੱਚ ਮੁਖ ਉਜਲੇ ਭਾਵ ਜਸ ਵਾਲੇ ਹੁੰਦੇ ਹੈ। ਗੁਰ ਸੇਵਾ ਹਰ ਆਪ ਹਰ ਭਾਵੈ। ਪਾਤਸ਼ਾਹ ਜੀ ਕਹਿੰਦੇ ਔਰ ਗੁਰੂ ਸਾਹਿਬ ਦੀ ਸੇਵਾ ਅਕਾਲ ਪੁਰਖ ਨੂੰ ਔਰ ਭਾਉਂਦੀ ਹੈ, ਚੰਗੀ ਲੱਗਦੀ ਹੈ। ਪਰਮਾਤਮਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਸੇਵਾ ਉਹ ਪਰਮਾਤਮਾ ਗੁਰੂ ਰੂਪ ਵਿੱਚ ਸਾਨੂੰ ਕਹਿੰਦਾ ਹੈ ਵੀ ਗੁਰੂ ਦੀ ਸੇਵਾ ਕਰੋ। ਗੁਰੂ ਦੀ ਸੇਵਾ ਵਿੱਚੋਂ ਬਹੁਤ ਕੁਛ ਮਿਲਦਾ ਹੈ। ਕ੍ਰਿਸ਼ਨ ਬਲਭੱਦਰ ਗੁਰ ਪੱਗ ਲਗ ਧਿਆਵੈ। ਕ੍ਰਿਸ਼ਨ ਭਗਵਾਨ ਔਰ ਅਤੇ ਕ੍ਰਿਸ਼ਨ ਭਗਵਾਨ ਜੀ ਦੇ ਭਰਾ ਬਲਭੱਦਰ, ਬਲਰਾਮ ਕਹਿੰਦੇ ਆ ਜੀ, ਉਹ ਵੀ ਆਪਣੇ ਗੁਰੂ ਦਰਵਾਸਾ ਸੰਦੀਪਨ ਆਦਿਕ ਦੇ ਚਰਨੀ ਲੱਗ ਕੇ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਰਹੇ। ਨਾਨਕ ਗੁਰਮੁਖ ਹਰਿ ਆਪ ਤਰਾਵੈ। ਜੋ ਗੁਰੂ ਦੇ ਦੁਆਰਾ ਗੁਰਮੁਖ ਬਣੇ ਹਨ ਉਹਨਾਂ ਨੂੰ ਅਕਾਲ ਪੁਰਖ ਤਾਰ ਦਿੰਦਾ ਹੈ। ਗੁਰਮੁਖ ਜਨਾਂ ਦੇ ਜੀਵਨ ਜਹਾਜ਼ ਦੀ ਨਿਆਈ ਬਣ ਜਾਂਦੇ ਹਨ। ਉਹ ਆਪ ਤਰਦੇ ਆ, ਹੋਰਨਾਂ ਨੂੰ ਤਾਰਨ ਦੇ ਰਸਤੇ ਪਾਉਂਦੇ ਆ। ਗੌੜੀ ਗੁਆਰੇ ਰੀ ਮਹੱਲਾ ਚੌਥਾ। ਹਰੇ ਆਪੇ ਜੋਗੀ ਡੰਡਾ ਧਾਰੀ।
ਗੁਰੂ ਜੀ ਸਾਰਿਆਂ ਵਿੱਚ ਪਰਮੇਸ਼ਰ ਨੂੰ ਦੱਸਦੇ ਹਨ ਕਿ ਪਰਮੇਸ਼ਰ ਆਪ ਹੀ ਜੋਗੀ ਜੋਗ ਸਾਧਨਾ ਕਰਨ ਵਾਲਾ ਹੈ ਤੇ ਆਪ ਹੀ ਡੰਡਾਧਾਰੀ ਤਰਡੰਡ ਨੂੰ ਧਾਰਨ ਵਾਲਾ ਸੰਨਿਆਸੀ ਰੂਪ ਹੁੰਦਾ ਹੈ ਤੇ ਲੋਟਾ ਸੋਟਾ ਤੇ ਲੰਗੋਟਾ ਤਿੰਨ ਨਿਸ਼ਾਨੀਆਂ ਹੁੰਦੀਆਂ ਹਨ ਸੰਨਿਆਸੀ ਦੀਆਂ। ਇਹ ਸਾਰਾ ਕੁਝ ਉਹ ਆਪ ਹੀ ਹੈ, ਮਾਲਕ ਵਾਹਿਗੁਰੂ ਸਾਰਿਆਂ ਦੇ ਵਿੱਚ ਬੈਠਾ ਹੋਇਆ। ਹਰੇ ਆਪੇ ਰਵ ਰਹਿਆ ਬਨਵਾਰੀ, ਪਰਮੇਸ਼ਰ ਆਪ ਹੀ ਬਨਵਾਰੀ, ਸੰਸਾਰ ਦਾ ਬਾਗ ਦਾ ਮਾਲਕ, ਸਾਰੇ ਕਿਤੇ ਵਿਆਪਕ ਹੈ। ਹਰੇ ਆਪੇ ਤਪ ਤਾਪੈ ਲਾਏ ਤਾਰੀ, ਪਰਮੇਸ਼ਰ ਆਪ ਹੀ ਚਿੱਤ ਦੀ ਇਕਾਗਰਤਾ ਰੂਪ ਔਰ ਤਪ ਨੂੰ ਤਾਪੈ ਕਹੀਏ ਤਪਾਉਣ ਵਾਲਾ ਹੈ। ਆਦਿ ਵਿਆਦੀ ਉਪਾਦੀ ਤਾਪਾਂ ਨੂੰ ਤਪਾਉਣ ਵਾਲਾ ਹੈ। ਨਾਸ਼ ਕਰਨ ਵਾਲਾ ਵੀ ਉਹ ਆਪ ਹੈ ਤੇ ਆਪਣੇ ਹੀ ਸਰੂਪ ਵਿੱਚ ਸਮਾਧੀ ਲਾਉਣ ਵਾਲਾ ਵੀ ਉਹ ਆਪ ਹੈ। ਐਸਾ ਮੇਰਾ ਰਾਮ ਰਹਿਆ ਭਰਪੂਰ, ਐਸਾ ਮੇਰਾ ਪਰਮੇਸ਼ਰ ਰਾਮ ਵਾਹਿਗੁਰੂ ਹੈ ਜਿਹੜਾ ਵਿਆਪਕ ਹੈ ਸਾਰਿਆਂ ਵਿੱਚ। ਨਿਕਟ ਵਸੈ ਨਾਹੀ ਹਰ ਦੂਰ ਰਹਾਉ, ਉਹ ਸਾਖੀ ਰੂਪ ਹੋ ਕੇ ਸਾਰਿਆਂ ਦੇ ਨੇੜੇ ਹੈ। ਉਹ ਮਾਲਕ ਵਾਹਿਗੁਰੂ ਦੂਰ ਨਹੀਂ ਕਿਸੇ ਤੋਂ ਵੀ। ਰਹਾਉ ਵਿਸਰਾਮ ਦੇ ਕੇ ਉਚਾਰਨ ਕਰਦੇ ਹਨ। ਹਰੇ ਆਪੇ ਸ਼ਬਦ ਸੁਰਤ ਧੁਨ ਆਪੇ, ਉਹ ਆਪ ਹੀ ਉਪਦੇਸ਼ ਰੂਪ ਹੈ, ਆਪ ਹੀ ਜਗਿਆਸੂ ਦੀ ਸੁਰਤ ਵਿੱਚ ਜੁੜਿਆ, ਸੁਰਤੀਆਂ ਸਿਮਰਤੀਆਂ ਦੇ ਤਾਈ ਉਚਾਰਨ ਵਾਲਾ ਹੈ। ਉਹ ਆਪ ਹੀ ਔਰ ਬ੍ਰਹਮ ਰੂਪ ਹੈ, ਆਪ ਹੀ ਸਰੋਤਾ ਅਧਿਕਾਰੀ ਰੂਪ ਹੈ, ਆਪ ਹੀ ਬਾਣੀ ਦੀ ਧੁਨ ਉਚਾਰਨ ਵਾਲਾ ਹੈ। ਹਰੇ ਆਪੇ ਵੇਖੈ ਬਿਗਸੈ ਆਪੇ, ਆਪ ਹੀ ਆਪਣੀ ਰਚਨਾ ਨੂੰ ਵੇਖਦਾ ਹੈ, ਆਪ ਹੀ ਤਤਵਿਤਾ ਹੋ ਕੇ ਆਪਣੇ ਸਰੂਪ ਨੂੰ ਵੇਖ ਕੇ ਬਿਗਸਾ ਕਹੀਏ ਪ੍ਰਸੰਨ ਹੁੰਦਾ ਹੈ। ਹਰੇ ਆਪ ਜਪਾਏ ਆਪੇ ਹਰ ਜਾਪੇ, ਉਹ ਆਪ ਹੀ ਗੁਰੂ ਸਰੂਪ ਹੋ ਕੇ ਨਾਮ ਜਪਾਉਂਦਾ ਹੈ ਅਤੇ ਆਪ ਹੀ ਸਿੱਖ ਰੂਪ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਹਰੇ ਆਪੇ ਸਾਰਿੰਗ ਅੰਮ੍ਰਿਤ ਧਾਰਾ, ਉਹ ਆਪ ਹੀ ਸਾਰੰਗ ਭਾਵ ਵਿਵੀਹੇ ਵਾਂਗੂ ਹੈ ਤੇ ਆਪ ਹੀ ਬੱਦਲਾਂ ਵਿੱਚੋਂ ਬਰਸਣ ਵਾਲੀ ਅੰਮ੍ਰਿਤ ਧਾਰਾ ਰੂਪ ਸੁਬਾਨਤੀ ਬੂੰਦ ਹੈ ਤੇ ਉਹ ਆਪ ਹੀ ਜਗਿਆਸੂ ਰੂਪ ਸਾਰੰਗ ਪਪੀਹਾ ਹੈ ਤੇ ਆਪ ਹੀ ਗੁਰੂ ਰੂਪ ਬੱਦਲ ਤੋਂ ਉਪਦੇਸ਼ ਨਾਮ ਰੂਪ ਦੀ ਸੁਬਾਨਤੀ ਬੂੰਦ ਦੀ ਅੰਮ੍ਰਿਤ ਧਾਰਾ ਪ੍ਰਾਪਤ ਕਰਨ ਵਾਲਾ ਹੈ। ਹਰਿ ਅੰਮ੍ਰਿਤ ਆਪ ਪੀਆ ਬਣਹਾਰਾ, ਉਹ ਆਪ ਹੀ ਅੰਮ੍ਰਿਤ ਰੂਪ ਹੈ ਤੇ ਆਪਣਾ ਨਾਮ ਰੂਪ ਅੰਮ੍ਰਿਤ ਪਿਲਾਉਣ ਵਾਲਾ ਸਰੂਪ ਵੀ ਉਹ ਆਪ ਹੀ ਹੈ। ਹਰਿ ਆਪ ਕਰੇ ਆਪੇ ਨਿਸਤਾਰਾ, ਹਰੀ ਆਪ ਹੀ ਉਹ ਮਾਲਕ ਵਾਹਿਗੁਰੂ ਜਗਤ ਦੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਸਿੱਖ ਰੂਪ ਹੋ ਕੇ ਭਗਤੀ ਕਰਦਾ ਹੈ, ਨਾਮ ਜਪਦਾ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਧਾਰਨ ਵਾਲਾ ਭਾਵ ਨੂੰ ਮੁਕਤੀ ਕਰਦਾ ਹੈ। ਹਰਿ ਆਪੇ ਬੇੜੀ ਤੁਲਹਾ ਤਾਰਾ, ਉਹ ਆਪ ਹੀ ਬੇੜੀ ਰੂਪ ਹੈ, ਆਪ ਹੀ ਤੁਲਾ ਰੂਪ ਹੈ, ਆਪ ਹੀ ਜਹਾਜ਼ ਰੂਪ ਹੈ। ਹਰਿ ਆਪੇ ਗੁਰਮਤੀ ਨਿਸਤਾਰਾ, ਉਹ ਮਾਲਕ ਆਪ ਹੀ ਗੁਰਮਤੀਆਂ ਨੂੰ ਸਿੱਖਿਆ ਦੇ ਕੇ ਸੰਸਾਰ ਤੋਂ ਤਾਰਨ ਵਾਲਾ ਹੈ। ਅਵਿਦਿਆ ਰੂਪੀ ਰਾਤ ਤੋਂ ਗਿਆਨ ਦਾ ਦਿਨ ਚੜਾ ਕੇ ਤਾਰਨ ਵਾਲਾ ਵੀ ਉਹ ਆਪ ਹੈ। ਹਰਿ ਆਪੇ ਨਾਨਕ ਪਾਵੈ ਪਾਰਾ, ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਆਪ ਹੀ ਆਪਣੇ ਪਾਰਾਵਾਰ ਨੂੰ ਪਾਉਣ ਵਾਲਾ ਹੈ। ਪਰਮੇਸ਼ਰ ਆਪ ਹੀ ਜਗਿਆਸੂ ਰੂਪ ਹੋ ਕੇ ਸੰਸਾਰ ਸਮੁੰਦਰ ਵਿੱਚੋਂ ਮੁਕਤੀ ਰੂਪ ਕਿਨਾਰਿਆਂ ਨੂੰ ਪਾਉਣ ਵਾਲਾ ਹੈ। ਗੌੜੀ ਬੈਰਾਗਣ ਮਹੱਲਾ ਚੌਥਾ। ਸਾਹੋ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇਹ, ਹੇ ਪਰਮੇਸ਼ਰ ਤੂੰ ਸਾਡਾ ਸੱਚਾ ਸ਼ਾਹੂਕਾਰ ਅਤੇ ਮਾਲਕ ਹੈ। ਜਿਸ ਤਰ੍ਹਾਂ ਦੀ ਤੁਸੀਂ ਸ਼ਰਧਾ ਰੂਪ ਰਾਸ ਕਹੀਏ ਪੂੰਜੀ ਭਗਤੀ ਰੂਪ ਪੂੰਜੀ ਦਿੰਦੇ ਹੋ ਉਹ ਅਸੀਂ ਲੈ ਲੈਂਦੇ ਹਾਂ। ਹਰਿ ਆਪ ਹਰ ਨਾਮ ਵਣੰਜਹਿ ਰੰਗ ਸਿਆਓ, ਜੇ ਆਪ ਦਇਆਲ ਹੋਏ ਦੇਹ,
ਉਹ ਪ੍ਰਮਾਤਮਾ, ਹੇ ਮੇਰੇ ਮਾਲਕ ਵਾਹਿਗੁਰੂ, ਅਸੀਂ ਤੇਰੇ ਨਾਮ ਨੂੰ ਪ੍ਰੇਮ ਸਿਉ ਭਾਵ ਪ੍ਰੇਮ ਦੇ ਨਾਲ ਗੁਰਾਂ ਪਾਸੋਂ ਖਰੀਦਦੇ ਹਾਂ। ਜੇਕਰ ਆਪ ਦਿਆਲੂ ਹੋਏ ਹੋ ਤੇ ਸਾਨੂੰ ਨਾਮ ਦੀ ਦਾਤ ਦੇਣਾ ਕਰੋ। ਹਮ ਵਣਜਾਰੇ ਰਾਮ ਕੇ, ਹਰ ਬਣਜ ਕਰਾਵੈ ਦੇ ਰਾਸ ਰੇ ਰਹਾਉ। ਅਸੀਂ ਤਾਂ ਹੇ ਪ੍ਰਮਾਤਮਾ ਔਰ ਹੇ ਭਾਈ, ਅਸੀਂ ਤਾਂ ਪ੍ਰਮਾਤਮਾ ਦੇ ਨਾਮ ਦੇ ਵਣਜਾਰੇ ਹਾਂ ਤੇ ਆਪ ਹੀ ਗੁਰੂ ਦੁਆਰਾ ਨਾਮ ਦੀ ਰਾਸ ਕਹੀਏ ਪੂੰਜੀ ਦੇ ਕੇ ਵਪਾਰ ਕਰਾਉਂਦਾ ਹੈ ਤੇ ਆਪ ਹੀ ਸ਼ਰਧਾ ਰੂਪੀ ਰਾਸ ਦੇ ਕੇ ਆਪਣੇ ਨਾਮ ਦਾ ਵਣਜ ਵਪਾਰ ਕਰਾਉਂਦਾ ਹੈ। ਰਹਾਉ। ਵਿਸਰਾਮ ਦੇ ਕੇ ਉਚਾਰਨ ਕਰਦੇ ਨੇ ਪਾਤਸ਼ਾਹ ਜੀ। ਲਾਹਾ ਹਰ ਭਗਤ ਧਨ ਖਟਿਆ, ਹਰ ਸੱਚੇ ਸਾਹ ਅਮਨ ਭਾਇਆ। ਵਾਹਿਗੁਰੂ ਦੀ ਭਗਤੀ ਰੂਪ ਧਨ ਦਾ ਲਾਭ ਸੰਤ ਜਨਾਂ ਨੇ, ਭਗਤ ਜਨਾਂ ਨੇ ਖੱਟਣਾ ਕੀਤਾ। ਭਗਤ ਹੀ ਸੱਚੇ ਸ਼ਾਹੂਕਾਰ ਪਰਮੇਸ਼ਰ ਦੇ ਮਨ ਨੂੰ ਚੰਗੇ ਲੱਗੇ ਹੈ। ਹਰ ਜਪ ਹਰ ਬਖਰ ਲੱਦਿਆ, ਜਮ ਜਾਗਾਤੀ ਨੇੜ ਨ ਆਇਆ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਲਾਭਦਾਇਕ ਨਾਮ ਦਾ ਵੱਖਰ ਸੌਦਾ ਆਪਣੇ ਅੰਤਿਸ਼ਕਰਨ ਰੂਪੀ ਗੱਡੇ ਵਿੱਚ ਲੱਦਣਾ ਕੀਤਾ ਹੈ, ਉਹਨਾਂ ਦੇ ਜਮ ਜੋ ਕਰਮ ਧਰਮ ਆਦਿਕ ਜਾਗਾਤੀ ਮਸੂਲੀਆ ਹੈ, ਉਹ ਨੇੜੇ ਨਹੀਂ ਆ ਸਕਦਾ। ਹੋਰ ਬਣ ਜ਼ਿਕਰ ਹੈ ਵਾਪਾਰੀਏ, ਅਨੰਤ ਤਰੰਗੀ ਦੁਖ ਮਾਇਆ। ਜਿਹੜੇ ਨਾਮ ਤੋਂ ਬਿਨਾਂ ਮਨਮੁਖ ਲੋਕ ਹੋਰ ਕੋਈ ਕਿਸਮ ਦੇ ਮਾਇਆ ਦੇ ਵਪਾਰ ਕਰਦੇ ਹੈ, ਉਹਨਾਂ ਦੇ ਮਨ ਰੂਪ ਦਰਿਆ ਵਿੱਚ ਦੁੱਖ ਰੂਪ ਮਾਇਆ ਦੀ ਪ੍ਰਾਪਤੀ ਵਾਸਤੇ ਔਰ ਅਨੰਤ ਕਹੀਏ ਬੇਅੰਤ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ। ਉਹ ਅਨੇਕ ਪ੍ਰਕਾਰ ਦਾ ਦੁੱਖ ਪ੍ਰਾਪਤ ਕਰਦੇ ਹੈ। ਓਏ ਜੇ ਹੈ ਬਣਜ ਹਰ ਲਾਇਆ, ਫਲ ਤੇ ਹਾ ਤਿਨ ਪਾਇਆ। ਉਹਨਾਂ ਮਨਮੁਖਾਂ ਨੂੰ ਜਿਹੋ ਜਿਹੇ ਬਣਜ ਵਪਾਰ ਵਿੱਚ ਪਰਮੇਸ਼ਰ ਨੇ ਲਾਉਣਾ ਕੀਤਾ ਹੈ, ਉਹਨਾਂ ਨੇ ਉਹੋ ਜਿਹਾ ਫਲ ਪਾਉਣਾ ਕੀਤਾ ਹੈ। ਹਰ ਹਰ ਬਣਜ ਸੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ। ਹਰ ਹਰ ਪ੍ਰਮਾਤਮਾ ਦੇ ਨਾਮ ਦੇ ਜਪਣ ਸੌਦੇ ਨੂੰ, ਬਣਜ ਨੂੰ, ਸੌਦੇ ਨੂੰ ਸੋ ਕਹੀਏ ਉਹੀ ਜਨ ਪੁਰਖ ਕਰਦਾ ਹੈ, ਕਰ ਸਕਦਾ ਹੈ, ਜਿਸ ਦੇ ਪੂਰਬਲੇ ਪੁੰਨਾਂ ਦਾ ਸਦਕਾ ਪਰਮੇਸ਼ਰ ਕਿਰਪਾਲੂ ਦਿਆਲੂ ਹੋ ਕੇ ਗੁਰਾਂ ਦੇ ਦੁਆਰਾ ਨਾਮ ਦੀ ਦਾਤ ਦਿੰਦਾ ਹੈ। ਜਨ ਨਾਨਕ ਸਾਹੋ ਹਰ ਸੇਵਿਆ, ਫਿਰ ਲੇਖਾ ਮੂਲ ਨਾ ਲਈ। ਔਰ ਜਿਸ ਪੁਰਖ ਨੇ ਸ਼ਾਹੂਕਾਰ ਪਰਮਾਤਮਾ ਦੇ ਤਾਈਂ ਯਾਦ ਕੀਤਾ, ਫਿਰ ਉਸ ਦਾ ਹਿਸਾਬ ਕਿਤਾਬ ਪਾਤਸ਼ਾਹ ਕਹਿੰਦੇ ਮੂਲ ਭਾਵ ਉੱਕਾ ਨਹੀਂ ਲੈਂਦਾ, ਭਾਵ ਇੱਕੋ ਵਾਰੀ ਬਖਸ਼ਿਸ਼ ਕਰਕੇ ਸਭ ਗੁਨਾਹਾਂ ਨੂੰ ਬਖਸ਼ ਕੇ ਮੇਲ ਲੈਂਦਾ ਹੈ। ਗਾਉੜੀ ਬੈਰਾਗਣ ਮਹੱਲਾ ਚੌਥਾ। ਜਿਉ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਜਿਵੇਂ ਮਾਤਾ ਔਰ ਗਰਭ ਦੇ ਅੰਦਰ ਬੱਚੇ ਨੂੰ ਆਇਆ ਜਾਣ ਕੇ ਪਾਲਤੀ ਭਾਵ ਪਾਲਣਾ ਕਰਦੀ ਹੈ ਤੇ ਪੁੱਤਰ ਹੋਣ ਦੀ ਆਸਾ ਉਮੀਦ ਕਰਦੀ ਹੈ। ਵੱਡਾ ਹੋਏ ਤਨ ਖਾਟ ਦੇ, ਕਰ ਭੋਗ ਵਿਲਾਸਾ। ਵੱਡਾ ਹੋ ਕੇ ਖੱਟੀ ਖੱਟ ਕੇ ਭਾਵ ਧਨ ਕਮਾ ਕੇ ਸਾਨੂੰ ਬੁੱਢਿਆਂ ਨੂੰ ਦੇਵੇਗਾ ਤੇ ਫਿਰ ਉਸ ਧਨ ਨਾਲ ਅਨੇਕ ਪ੍ਰਕਾਰ ਦੇ ਸੁੱਖ ਭੋਗਾਂਗੇ, ਆਨੰਦ ਮਾਣਾਂਗੇ, ਏਦਾਂ ਅੰਦਰ ਆਸਾ ਰੱਖਦੀ ਹੈ। ਤਿਉ ਹਰ ਜਾਣਾ ਪ੍ਰੀਤ ਹਰ ਰਾਖਦਾ, ਦੇ ਆਪ ਹਥਾਸਾ। ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਸੇਵਕਾਂ ਦੀ ਔਰ ਪ੍ਰੀਤੀ ਰੱਖਦਾ ਹੈ। ਉਹ ਜਾਣਦਾ ਕਿ ਮੇਰਾ ਵਾਹਿਗੁਰੂ ਆਪਣੇ ਹਥਾਸਾ ਕਹੀਏ ਹੱਥ ਦਾ ਆਸਰਾ ਦੇ ਕੇ ਮੇਰੀ ਰੱਖਿਆ ਕਰੇਗਾ, ਭਾਵ ਨਿਸ਼ਚੇ ਰੂਪ ਹੱਥ ਦੇ ਕੇ ਆਪਣੇ ਪਿਆਰੇ ਨੂੰ ਰੱਖਦਾ ਹੈ। ਮੇਰੇ RAM ਮੈਂ ਮੂਰਖ, ਹਰ RAM ਮੇਰੇ ਗੁਸਈਆ। ਇਹ ਮੇਰੇ ਪਰਮੇਸ਼ਰ, ਮੈਂ ਵਿਚਾਰਾਂ ਵੱਲੋਂ ਬੇਸਮਝਾਂ, ਇਸ ਲਈ ਆਪ ਕਿਰਪਾ ਕਰਕੇ ਮੈਨੂੰ ਰੱਖ ਲੈਣਾ ਕਰੋ। ਔਰ ਇੱਕ ਤੁਸੀਂ ਹੀ ਮੇਰੇ ਗੁਸਈਆ ਭਾਵ ਮਾਲਕ ਹੋ। ਜਨ ਕੀ ਉਪਮਾ ਤੁਝ ਹੈ ਵਡਈਆ, ਰਹਾਉ। हे परमेश्वर, तेरे जन और तेरे सेवक की महिमा
ਤੇ ਤੇਰੀ ਹੀ ਵਡਈਆ ਭਾ ਵਡਿਆਈ ਹੈ। ਤੇਰੇ ਸੇਵਕ ਦੀ ਮਹਿਮਾ ਹੋਣੀ ਹੈ ਨਾ ਜਿਹੜੀ ਸੰਸਾਰ ਵਿੱਚ, ਜੱਗ ਵਿੱਚ, ਅਸਲ ਵਿੱਚ ਇਹ ਤੇਰੀ ਵਡਿਆਈ ਹੈ। ਜਿਵੇਂ ਆਪਾਂ ਕਹਿੰਦੇ ਹਾਂ ਫਲਾਨਾ ਗੁਰਸਿੱਖ ਬੜੀ ਬਾਣੀ ਪੜ੍ਹਦਾ ਜੀ, ਅਸਲ ਉਹ ਬਾਣੀ ਦੀ ਵਡਿਆਈ ਹੈ, ਨਾ ਕਿ ਬੰਦੇ ਦੀ। ਅਸਲ ਵਿੱਚ ਅਸੀਂ ਕਹਿੰਦੇ ਹਾਂ ਫਲਾਨਾ ਬੰਦਾ ਬੜੀ ਸੇਵਾ ਕਰਦਾ ਜੀ, ਉਹਦੀ ਸੇਵਾ ਦੀ ਵਡਿਆਈ ਹੈ, ਨਾ ਕਿ ਬੰਦੇ ਦੀ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਮੇਰੇ ਮਾਲਕੇ, ਜਿਹੜੀ ਤੇਰੀ ਵਡਿਆਈ ਹੈ ਤੇਰੀ ਹੈ, ਇਹ ਵਡਿਆਈ ਤੂੰ ਹੀ ਦਿੰਦਾ। ਮੰਦਰ ਘਰ ਆਨੰਦ ਹਰ, ਹਰ ਜਸ ਮਨ ਭਾਵੈ। ਜਿਹਦੇ ਮਨ ਵਿੱਚ ਪਰਮੇਸ਼ਰ ਦਾ ਕੀਰਤਨ ਚੰਗਾ ਲੱਗਦਾ ਹੈ, ਉਹਨਾਂ ਦੇ ਸਰੀਰ ਰੂਪੀ ਮੰਦਰ ਦੇ ਅੰਤਸ਼ਕਰਨ ਰੂਪੀ ਘਰ ਵਿੱਚ ਸਦਾ ਹਰੀ ਦਾ ਆਨੰਦ ਬਣਿਆ ਰਹਿੰਦਾ ਹੈ। ਸਭ ਰਸ ਮੀਠੇ ਮੁਖ ਲੱਗ ਹੈ, ਜਾਂ ਹਰ ਗੁਣ ਗਾਵੈ। ਉਹਨਾਂ ਦੇ ਮੁਖ ਨੂੰ ਸਾਰੇ ਮਿੱਠੇ ਰਸ ਉਦੋਂ ਹੀ ਲੱਗ ਜਾਂਦੇ ਹਨ ਜਦੋਂ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ। ਹਰ ਜਨ ਪਰਿਵਾਰ ਸੁਧਾਰ ਹੈ, ਇੱਕੀ ਹੀ ਕੁਲੀ ਸਭ ਜਗਤ ਛਡਾਵੈ। ਹਰੀ ਦਾ ਸੇਵਕ ਨਾਮ ਜਪ ਕੇ ਆਪਣੇ ਪਰਿਵਾਰ ਨੂੰ ਸੁਧਾਰ ਲੈਂਦਾ ਹੈ, ਆਪਣੇ ਇੰਦਰੀਆਂ ਨੂੰ ਸੁਧਾਰਦਾ ਹੈ, ਭਾਵ ਗੁਰਮੁਖ ਬਣਾ ਲੈਂਦਾ ਹੈ ਆਪਣੇ ਤਾਂ ਹੀ, ਆਪਣੇ ਆਪ ਨੂੰ। ਆਪਣੀ ਇੱਕੀ ਹੀ ਕੁਲੀ, 21 ਕੁਲਾਂ ਦੀ, ਭਾਵ ਬਲਕਿ ਸਾਰੇ ਜਗਤ ਨੂੰ ਛਡਾਉਣ ਵਾਲਾ ਹੋ ਜਾਂਦਾ, ਇੰਨੀ ਉਹਦੇ ਵਿੱਚ ਸਮਰੱਥਾ ਆ ਜਾਂਦੀ ਹੈ। ਹਰੀ ਦੇ ਪਿਆਰੇ ਭਗਤ ਜਨ ਇੰਦਰੀਆਂ ਰੂਪ ਪਰਿਵਾਰ ਨੂੰ ਸੁਧਾਰਦੇ ਹੈ, ਇੰਦਰੀਆਂ ਰੂਪ ਪਰਿਵਾਰ ਨੂੰ ਸੁਧਾਰ ਕੇ ਔਰ ਆਸੇ ਦੇ ਸਹਿਤ ਕਰ ਲੈਂਦੇ ਹਨ। 21 ਹੀ ਕੁਲੀ, ਇੱਕ ਪਰਮੇਸ਼ਰ ਦੇ ਵਿੱਚ ਹੀ ਉਹ ਜੁੜ ਜਾਂਦੇ ਹਨ ਅਤੇ ਸਾਰੇ ਜਗਤ ਦੀਆਂ ਕੁਲਾਂ ਨੂੰ ਮੁਕਤ ਕਰ ਦਿੰਦੇ ਹੈ। ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ। ਉਹ ਜਾਣ ਲੈਂਦਾ ਹੈ ਕਿ ਜੋ ਕੁਝ ਵੀ ਕੀਤਾ ਹੈ ਉਹ ਅਕਾਲ ਪੁਰਖ ਨੇ ਹੀ ਕੀਤਾ ਹੈ, ਪਰਮੇਸ਼ਰ ਦੀ ਇਹਦੇ ਵਿੱਚ ਵਡਿਆਈ ਸੋਭਾ ਹੈ। ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ। ਹੇ ਮਾਲਕ, ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹਨ ਤੇ ਤੂੰ ਹੀ ਸਾਰਿਆਂ ਵਿੱਚ ਸਾਖੀ ਰੂਪ ਹੋ ਕੇ ਔਰ ਵਰਤ ਰਿਹਾ ਹੈ। ਹਿਰਦਿਆਂ ਵਿੱਚ ਤੂੰ ਹੀ ਵਰਤ ਰਿਹਾ, ਇਸ ਕਰਕੇ ਔਰ ਅਸੀਂ ਸਾਰੇ ਤੇਰੀ ਪੂਜਾ ਕਰਦੇ ਹਾਂ। ਹਰ ਭਗਤ ਭੰਡਾਰ ਲਹਾਏ ਦਾ, ਆਪੇ ਵਰਤਾਈ। ਹੇ ਮਾਲਕ, ਤੂੰ ਆਪ ਹੀ ਆਪਣੇ ਭਗਤਾਂ ਨੂੰ ਭਗਤੀ ਦੇ ਭੰਡਾਰੇ ਪ੍ਰਾਪਤ ਕਰਵਾ ਦਿੰਦਾ ਤੇ ਆਪੇ ਹੀ ਗੁਰੂ ਰੂਪ ਹੋ ਕੇ ਸੰਤਾਂ ਭਗਤਾਂ ਨੂੰ ਵਰਤਾਉਂਦਾ ਹੈ। ਆਪ ਹੀ ਭਗਤਾਂ ਦੇ ਰਾਹੀਂ ਵਰਤਾਉਂਦਾ ਹੈ। ਬਸ ਤੇਰੇ ਹੀ ਹੈ ਜੋ ਕੁਛ ਹੈ, ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਲਾਲਾ ਹਾਟ ਬਿਹਾਜਿਆ, ਕਿਆ ਤਿਸ ਚਤਰਾਈ। ਜਿਵੇਂ ਕੋਈ ਲਾਲਾ ਗੁਲਾਮ ਮੰਡੀ ਦੀਆਂ ਹੱਟਾਂ ਵਿੱਚੋਂ ਮੁੱਲ ਖਰੀਦਿਆ ਗਿਆ ਹੋਵੇ ਤੇ ਉਸਦੀ ਆਪਣੇ ਮਾਲਕ ਅੱਗੇ ਕੀ ਚਤਰਾਈ ਸਿਆਣਪ ਚੱਲ ਸਕਦੀ ਹੈ, ਭਾਵ ਕੁਝ ਸਿਆਣਪ ਨਹੀਂ ਚੱਲਦੀ। ਇਸੇ ਤਰ੍ਹਾਂ ਇਹ ਪਰਮੇਸ਼ਰ, ਅਸੀਂ ਤੇਰੀ ਸਾਧ ਸੰਗਤ ਰੂਪ ਹਾਟ ਕਹੀਏ ਹੱਟੀ ਤੋਂ ਤੇਰੇ ਮੁੱਲ ਖਰੀਦੇ ਹੋਏ ਦਾਸ ਹਾਂ, ਗੋਲੇ ਹਾਂ। ਉਹਦੇ ਵਿੱਚ ਮੇਰੀ ਕੋਈ ਸਿਆਣਪ ਹੈ, ਭਾਵ ਕੋਈ ਨਹੀਂ। ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਬਹਾਲੇ ਤੇ ਜਮ ਕੀ, ਗੁਲਾਮ ਤੇ ਵਿਸਰਾਮ। ਘਾਸੀ ਕਉ ਹਰ ਨਾਮ ਕਢਾਈ। ਹੇ ਮੇਰੇ ਮਾਲਕ, ਜੇਕਰ ਤੂੰ ਸਾਨੂੰ ਰਾਜ ਗੱਦੀ ਤੇ ਬਹਾਲੇ ਬਿਠਾ ਦੇਵੇਂ ਤਾਂ ਵੀ ਅਸੀਂ ਤੇਰੇ ਗੁਲਾਮ ਦਾਸ ਹਾਂ। ਜੇਕਰ ਘਾਹ ਖੋਤਣ ਵਾਲਾ ਘਾਸੀ ਘਾਈ ਬਣਾ ਦੇਵੇਂ ਤਾਂ ਵੀ ਅਸੀਂ ਤੇਰੇ ਨਾਮ ਨੂੰ ਕਢਾਵਾਂਗੇ, ਭਾਵ ਪ੍ਰਗਟ ਕਰਾਂਗੇ ਕਿ ਤੇਰੇ ਦਾਸ ਹਾਂ। ਬ੍ਰਹਮਾਨੰਦ ਰੂਪ ਰਾਜ ਤੇ ਸਥਿਤ ਕਰ ਦੇਵੇਂ ਤਾਂ ਵੀ ਅਸੀਂ ਤੇਰੇ ਗੁਲਾਮ ਹਾਂ। ਜੇਕਰ ਸੰਸਾਰ ਦੇ ਮੋਹ ਵਿੱਚ ਭੋਗ ਪਦਾਰਥਾਂ ਰੂਪ ਘਾਹ ਖਤਾਉਂਦਾ ਰਹੋਗੇ ਤਾਂ ਵੀ ਅਸੀਂ ਤੇਰੇ ਦਾਸ ਹੀ ਅਖਵਾਵਾਂਗੇ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਹੇ ਅਕਾਲ ਪੁਰਖ ਵਾਹਿਗੁਰੂ, ਔਰ ਮੈਂ ਜਨ ਔਰ ਆਪ ਜੀ ਦਾ ਦਾਸ ਭਾਵ ਸੇਵਕ ਹਾਂ। ਹੇ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ, ਸਭ ਆਪ ਜੀ ਦੀ ਵਡਿਆਈ ਸੋਭਾ ਹੈ। ਕਿਉਂ ਨਿਸ਼ਚੈ ਕੀਤਾ ਹੈ ਕਿ ਸਭ ਆਪਣੀ ਵਡਿਆਈ ਨੂੰ ਤੂੰ ਆਪੇ ਹੀ ਜਾਣਦਾ ਹੈ। ਕਿਰਪਾ ਕਰਕੇ ਆਪਣੇ ਨਾਮ ਦੀ ਵਡਿਆਈ, ਸੇਵਾ ਦੀ, ਸਿਮਰਨ ਦੀ ਵਡਿਆਈ ਸਾਡੇ ਭਗਤ ਜਨਾਂ ਨੂੰ ਬਖਸ਼ਿਸ਼ ਕਰੋ ਤੁਸੀਂ।